परम सत्कारयोग गुरु रूप गुरु प्यारी गुरु खालसा साध संगत जी, आओ जो अज श्री दरबार साहिब श्री हरमंदर साहिब दीन दुनिया दे मालिक धन धन साहिब श्री गुरु ग्रंथ साहिब महाराज जियां ने श्री मुखवाक साहिब जियां दी बख्शिश कीती है। उस हुक्मनामा साहिब जी दे आपां अखरी अर्थ सरवण करिए। विचार की आरंभता तो पहला धन श्री गुरु ग्रंथ साहिब महाराज जियां दे चरणां विच हाजरी लवाउंदे होए धन गुरु गोबिंद सिंह महाराज जियां वालों बख्शिश कीती हुई फतेह बुलाइए। कोई भी रसना वांझी ना रहे। सारी संगत गज के आखो जी वाहिगुरु जी का खालसा वाहिगुरु जी की फतेह। बेनती है जिन्नियां भी संगतां ने साडा यूट्यूब चैनल सबसक्राइब नहीं किया वो साडा यूट्यूब चैनल जरूर सबसक्राइब करो, क्योंकि असीं इस चैनल ते हर रोज़ जो सतगुरु जी श्री मुखवाक साहिब जियां दी बख्शिश करते हैं उस हुक्मनामा साहिब जियां दे अखरी अर्थ अपलोड करते हैं ਅਤੇ ਨਾਲ ਹੀ ਨਾਲ ਹੋਰ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਕੀਰਤਨ ਇਸ ਚੈਨਲ ਤੇ ਅਸੀਂ ਅਪਲੋਡ ਕਰਦੇ ਹਾਂ। ਆਓ ਅੱਜ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ, ਸਰਵਣ ਕਰੀਏ। ਸ਼ਲੋਕ ਸੰਤ ਉਦਰ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਅੱਜ ਦਾ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ 709 ਅੰਗ ਤੇ ਦਰਜ ਹੈ। ਮਹਾਰਾਜ ਕਹਿੰਦੇ ਸੰਤ ਉਦਰਣ ਦਿਆਲੰ। ਸੰਤ ਉਦਰਣ ਤੋਂ ਭਾਵ ਹੈ ਸੰਤਾਂ ਨੂੰ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ। ਦਿਆਲੰ ਤੋਂ ਭਾਵ ਹੈ ਦਿਆਲ ਪ੍ਰਭੂ। ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ, ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਹੀ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ। ਮਹਾਰਾਜ ਕਹਿੰਦੇ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ। ਸੰਤ ਉਦਰਣ ਦਿਆਲੰ, ਸੰਤਾਂ ਦਾ ਉਧਾਰ ਹੋ ਜਾਂਦਾ ਹੈ, ਮਾਇਆ ਤੋਂ ਰਹਿਤ ਹੋ ਜਾਂਦੇ ਹਨ। ਮਾਇਆ ਦੀ ਤਪਸ਼ ਉਹਨਾਂ ਨੂੰ ਤੰਗ ਨਹੀਂ ਕਰਦੀ। ਕਿਉਂ? ਕਿਉਂਕਿ ਆਸਰੰ ਗੋਪਾਲ ਕੀਰਤਨ ਹੈ, ਕਿਉਂਕਿ ਰੱਬ ਦੇ ਪਿਆਰਿਆਂ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ। ਪਰਮਾਤਮਾ ਦਾ ਹੀ ਆਸਰਾ ਉਹਨਾਂ ਨੂੰ ਹੁੰਦਾ ਹੈ, ਇਸ ਕਰਕੇ ਉਹਨਾਂ ਨੂੰ ਮਾਇਆ ਦੀ ਤਪਸ਼ ਤੰਗ ਨਹੀਂ ਕਰਦੀ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ। ਸੰਤ ਸੰਗੇਣ ਤੋਂ ਭਾਵ ਹੈ ਸੰਤਾਂ ਦੀ ਸੰਗਤ ਕੀਤਿਆਂ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਹਨ, ਜਿਹੜੇ ਅੱਠੋਂ ਪਹਿਰ ਪਰਮਾਤਮਾ ਦਾ ਨਾਮ ਜਪਦੇ ਹਨ, ਉਹਨਾਂ ਰੱਬ ਦੇ ਪਿਆਰੇ ਸੰਤ ਮਹਾਤਮਾ ਦੀ ਸੰਗਤ ਕੀਤਿਆਂ ਮਨ ਪਵਿੱਤਰ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਹੇ ਨਾਨਕ ਤੂੰ ਵੀ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ, ਇਹੋ ਜਿਹੇ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ ਕੇ ਰੱਖ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਹੀ ਕਾਮ। ਸਰਦ ਰੁੱਤ ਤੋਂ ਭਾਵ ਹੈ ਠੰਡੀ ਰੁੱਤ, ਸਿਆਲ ਦੀ ਰੁੱਤ। ਕਾਮ ਮਨ ਦੀ ਤਪਸ਼। ਮਹਾਰਾਜ ਕਹਿੰਦੇ ਭਾਵੇਂ ਚੰਦਨ ਦਾ ਲੇਪ ਲਾ ਲਈਏ, ਦੁਨੀਆ ਕਹਿੰਦੀ ਚੰਦਨ ਠੰਡਾ ਹੁੰਦਾ ਹੈ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡੀ ਨਿਗਾਹ ਵਿੱਚ ਚੰਦਨ ਵੀ ਇੰਨਾ ਠੰਡਾ ਨਹੀਂ ਹੈ। ਤੇ ਮਹਾਰਾਜ ਜੀ ਚੰਦਰਮਾ ਵੀ ਠੰਡਾ ਹੈ। ਮਹਾਰਾਜ ਕਹਿੰਦੇ ਚੰਦਰਮਾ ਦੀ ਚਾਨਣੀ ਵੀ ਠੰਡੀ ਨਹੀਂ ਹੈ। ਭਾਵੇਂ ਠੰਡੀ ਰੁੱਤ ਹੋਵੇ ਉਹ ਵੀ ਐਨੀ ਠੰਡੀ ਨਹੀਂ। ਕਿਉਂ?
ਕਿਉਂਕਿ ਅੰਦਰ ਦੀ ਤਪਸ਼ ਨਹੀਂ ਮਿਟਾਉਂਦੀ, ਮਨ ਦੀ ਤਪਸ਼ ਨਹੀਂ ਮਿਟਾ ਸਕਦੀ, ਮਨ ਦੀ ਗਰਮੀ ਨੂੰ ਨਹੀਂ ਮਿਟਾ ਸਕਦੀ। ਮਹਾਰਾਜ ਕਿਰਪਾ ਕਰੋ, ਫਿਰ ਤੁਹਾਡੀ ਨਿਗਾਹ ਵਿੱਚ ਠੰਡੀ ਚੀਜ਼ ਕਿਹੜੀ ਹੈ? ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਸਮਝਾਉਂਦੇ ਹੋਏ ਕਹਿ ਰਹੇ ਹਨ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਉ। ਮਹਾਰਾਜ ਕਹਿੰਦੇ, ਗੁਰਮੁਖੋ, ਚੰਦਨ ਵੀ ਇੰਨਾ ਠੰਡਾ ਨਹੀਂ, ਚੰਦ ਦੀ ਚਾਨਣੀ ਵੀ ਇੰਨੀ ਠੰਡੀ ਨਹੀਂ, ਸਰਦੀ ਦੀ ਰੁੱਤ ਵੀ ਇੰਨੀ ਠੰਡੀ ਨਹੀਂ। ਤੇ ਠੰਡੀ ਚੀਜ਼ ਅਸਲ ਵਿੱਚ ਪਤਾ ਕਿਹੜੀ ਹੈ? ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਉ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਬਹੁਤ ਠੰਡਾ ਹੈ। ਕਿਉਂ ਠੰਡਾ ਹੈ? ਜਿਹੜਾ ਵੀ ਪ੍ਰਮਾਤਮਾ ਦਾ ਨਾਮ ਜਪਦਾ ਹੈ, ਪ੍ਰਮਾਤਮਾ ਦਾ ਨਾਮ ਉਹਦੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ। ਪ੍ਰਮਾਤਮਾ ਦਾ ਨਾਮ ਮਨ ਨੂੰ ਠੰਡਤ ਪਹੁੰਚਾਉਂਦਾ ਹੈ। ਮਨ ਤਪਦਾ ਹੈ, ਤਪਦੇ ਮਨ ਨੂੰ ਪ੍ਰਮਾਤਮਾ ਦਾ ਨਾਮ ਹੀ ਠੰਡਾ ਕਰ ਸਕਦਾ ਹੈ। ਜਿਵੇਂ ਬਾਹਰ ਅੱਗ ਬਲ ਰਹੀ ਹੋਵੇ, ਪਾਣੀ ਸਿੱਟ ਦਿਓ, ਅੱਗ ਬੁਝ ਜਾਂਦੀ ਹੈ। ਸਾਡੇ ਮਨ ਵਿੱਚ ਵੀ ਭਾਂਬੜ ਬਲਦੇ ਹੈ। ਕਾਹਦੇ ਭਾਂਬੜ? ਵਿਕਾਰਾਂ ਦੇ ਭਾਂਬੜ। ਵਿਕਾਰਾਂ ਦੀ ਅੱਗ ਬਲੀ ਹੋਈ ਹੈ। ਕਿਤੇ ਹਉਮੈ ਦੀ ਅੱਗ ਬਲੀ ਹੈ, ਕਿਤੇ ਕਾਮ ਦੀ ਅੱਗ ਬਲੀ ਹੈ, ਕਿਤੇ ਕ੍ਰੋਧ ਦੀ ਅੱਗ ਬਲੀ ਹੋਈ ਹੈ। ਮਹਾਰਾਜ ਕਹਿੰਦੇ, ਜਿਹੜੀ ਤੇਰੇ ਅੰਦਰ ਅੱਗ ਹੈ, ਜਿਹੜੀ ਤੇਰੇ ਅੰਦਰ ਤਪਸ਼ ਹੈ, ਉਹ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਨੇ ਹੀ ਬੁਝਾਉਣੀ ਹੈ। ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੀ ਤੇਰੇ ਮਨ ਨੂੰ ਠੰਡਾ ਕਰ ਸਕਦਾ ਹੈ, ਸ਼ਾਂਤ ਕਰ ਸਕਦਾ ਹੈ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਓਟ ਤੋਂ ਭਾਵ ਹੈ ਆਸਰਾ, ਸਕਲ ਸਾਰੇ। ਮਹਾਰਾਜ ਕਹਿੰਦੇ, ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਸਕਦੇ ਹਨ। ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਸਾਰੀ ਦੁਨੀਆ ਹੀ ਜੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਵੇ, ਸਾਰੀ ਦੁਨੀਆ ਹੀ ਜੇ ਵਾਹਿਗੁਰੂ ਜੀ ਦਾ ਆਸਰਾ ਤੱਕਣਾ ਸ਼ੁਰੂ ਕਰ ਦੇਵੇ, ਮਹਾਰਾਜ ਕਹਿੰਦੇ ਪੂਰੀ ਦੁਨੀਆ ਦਾ ਉਧਾਰ ਹੋ ਸਕਦਾ ਹੈ। ਪੂਰੀ ਦੁਨੀਆ ਦੇ ਅੰਦਰ ਦੀ ਤਪਸ਼ ਮਿਟ ਸਕਦੀ ਹੈ। ਸੁਣ ਪ੍ਰਤਾਪ ਗੋਬਿੰਦ, ਨਿਰਭਉ ਭਏ ਮਨ। ਉਸ ਗੋਬਿੰਦ ਦੀ, ਉਸ ਪ੍ਰਮਾਤਮਾ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦਾ ਮਨ ਨਿਡਰ ਹੋ ਜਾਂਦਾ ਹੈ। ਉਹ ਕਿਸੇ ਤੋਂ ਨਹੀਂ ਡਰਦੇ। ਨਿਰਭਉ ਦਾ ਮਤਲਬ ਹੈ ਨਿਡਰ। ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਜੇ ਉਹਨਾਂ ਦੇ ਮਨ ਵਿੱਚ ਡਰ ਹੁੰਦਾ ਹੈ, ਉਹ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਹੁੰਦਾ ਹੈ। ਸੁਣ ਪ੍ਰਤਾਪ ਗੋਬਿੰਦ, ਨਿਰਭਉ ਭਏ ਮਨ। ਪ੍ਰਤਾਪ ਤੋਂ ਭਾਵ ਹੈ ਵਡਿਆਈ। ਬੰਦਗੀ ਵਾਲੇ ਜਦੋਂ ਪਰਮਾਤਮਾ ਦੀ ਵਡਿਆਈ ਸੁਣਦੇ ਹਨ, ਵਾਹਿਗੁਰੂ ਜੀ ਦਾ ਨਾਮ ਜਪਦੇ ਹਨ, ਮਹਾਰਾਜ ਕਹਿੰਦੇ ਉਹ ਅੰਦਰੋਂ ਨਿਡਰ ਹੋ ਜਾਂਦੇ ਹਨ। ਟੋਟ ਨਾ ਆਵੈ ਮੂਲ, ਸੰਚਿਆ ਨਾਮ ਧਨ। ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਹਨ। ਅਸਲ ਖਜ਼ਾਨਾ, ਅਸਲੀ ਧਨ ਇਕੱਠਾ ਕਰਦੇ ਹਨ। ਕਿਹੜਾ ਧਨ? ਟੋਟ ਨਾ ਆਵੈ ਮੂਲ। ਜਿਹੜਾ ਧਨ ਇਕੱਠੇ ਕੀਤਿਆਂ ਕਦੇ ਵੀ ਘਾਟਾ ਨਹੀਂ ਪੈਂਦਾ। ਦੁਨੀਆਦਾਰ ਬੰਦੇ ਜੋ ਧਨ ਇਕੱਠਾ ਕਰਦੇ ਹਨ, ਇਹ ਘਾਟਾ ਪੈ ਜਾਂਦਾ ਹੈ। ਤੁਸੀਂ ਬੜੀ ਵਾਰ ਸੁਣਿਆ ਹੋਣਾ, ਬੜੇ ਲੋਕ ਕਹਿ ਦਿੰਦੇ ਆ ਵੀ ਮੈਨੂੰ ਆਹ ਬਿਜ਼ਨਸ ਤੋਂ ਬਹੁਤ ਘਾਟਾ ਪੈ ਗਿਆ। ਮੈਂ ਤਾਂ ਪਹਿਲਾਂ ਬੜਾ ਅਮੀਰ ਹੁੰਦਾ ਸੀ, ਦਿਨੋਂ ਦਿਨ ਪਤਾ ਨਹੀਂ ਕੀ ਹੋਇਆ, ਮੈਂ ਡਾਊਨ ਜਾਣ ਲੱਗ ਗਿਆ, ਮੈਨੂੰ ਘਾਟਾ ਪੈਣ ਲੱਗ ਗਿਆ। ਪਰ ਮਹਾਰਾਜ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਧਨ ਨੂੰ ਇਕੱਠਾ ਕਰਦੇ ਐ, ਜਿਹੜੇ ਅਸਲੀ ਧਨ ਦਾ ਵਣਜ ਕਰਦੇ ਹਨ, ਉਹ ਕਦੇ ਵੀ ਘਾਟੇ ਵਿੱਚ ਨਹੀਂ ਜਾਂਦੇ, ਉਹ ਸਦਾ ਹੀ ਵਾਧੇ ਵਿੱਚ ਜਾਂਦੇ ਹਨ। ਸੰਤ ਜਨਾਂ ਸਿਉ ਸੰਗ, ਪਾਈਐ ਵੱਡੈ ਪੁੰਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਬੜੇ ਵੱਡੇ ਭਾਗਾਂ ਦੇ ਨਾਲ ਹੀ ਨਸੀਬ ਹੁੰਦੀ ਹੈ। ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ, ਉਹਨਾਂ ਦੀ ਸੰਗਤ ਵੀ ਵੱਡਿਆਂ ਭਾਗਾਂ ਦੇ ਨਾਲ ਨਸੀਬ ਹੁੰਦੀ ਹੈ।
ਤੇ ਬਾਣੀ ਵਿੱਚ ਇਉਂ ਵੀ ਕਿਤੇ ਸਤਿਗੁਰੂ ਜੀਆਂ ਨੇ ਫਰਮਾਇਆ ਹੈ, ਮਹਾਰਾਜ ਕਹਿੰਦੇ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਪ੍ਰਸ਼ਨ ਕਰ ਰਹੇ ਨੇ, ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ ਉਹ ਕਿਹੋ ਜਿਹੇ ਹਨ? ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਅੱਗੇ ਬਾਣੀ ਵਿੱਚ ਉੱਤਰ ਵੀ ਹੈ, ਮਹਾਰਾਜ ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਦੇਹਿਆ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ, ਜਿਨ੍ਹਾਂ ਨੂੰ ਵਾਹਿਗੁਰੂ ਜੀ ਦੀ ਯਾਦ ਨਹੀਂ ਭੁੱਲਦੀ, ਦੁਨੀਆ ਵਾਲਿਓ ਉਹਨਾਂ ਨੂੰ ਇਨਸਾਨ ਨਾ ਸਮਝਿਓ, ਉਹ ਆਮ ਮਨੁੱਖ ਨਹੀਂ ਹੈ, ਉਹਨਾਂ ਨੂੰ ਤਾਂ ਪਰਮੇਸ਼ਰ ਸਮਝਿਓ। ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਉਹ ਪਰਮਾਤਮਾ ਦੇ ਵਰਗੇ ਹੀ ਬਣ ਜਾਂਦੇ ਹਨ। ਉਹਨਾਂ ਸੰਤ ਮਹਾਤਮਾ ਦੀ ਸੰਗਤ ਮਹਾਰਾਜ ਕਹਿੰਦੇ ਵੱਡੇ ਭਾਗਾਂ ਦੇ ਨਾਲ ਹੀ ਨਸੀਬ ਹੁੰਦੀ ਹੈ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਮਹਾਰਾਜ ਕਹਿੰਦੇ ਉਹ ਰੱਬ ਦੇ ਪਿਆਰੇ ਅੱਠੋ ਪਹਿਰ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ। ਉਹ ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਸੁਣਦੇ ਹਨ। ਹਰ ਜਸ ਨਿਤ ਸੁਣ। ਹਰ ਵੇਲੇ ਪ੍ਰਮਾਤਮਾ ਦੀਆਂ ਸਿਫਤਾਂ ਹੀ ਸੁਣਦੇ ਰਹਿੰਦੇ ਹੈ। ਉਹ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ ਹੀ ਕਰਦੇ ਰਹਿੰਦੇ ਹਨ। ਗੁਰਮੁਖੋ, ਸੰਤ ਦੀ ਪਹਿਚਾਣ ਕਿੱਥੋਂ ਹੁੰਦੀ ਹੈ? ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਰੱਬ ਦਾ ਭਗਤ ਹੈ, ਪ੍ਰਮਾਤਮਾ ਦਾ ਸੰਤ ਹੈ, ਉਹਦੀ ਪਹਿਚਾਣ ਕਿੱਥੋਂ ਹੁੰਦੀ ਹੈ? ਮਹਾਰਾਜ ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਜਿਨ੍ਹਾਂ ਨੂੰ ਸਾਸ ਗਿਰਾਸ, ਸਾਹ ਲੈਂਦਿਆਂ, ਗਰਾਈ ਲੈਂਦਿਆਂ, ਜਿਨ੍ਹਾਂ ਨੂੰ ਹਰ ਸਮੇਂ ਪਰਮਾਤਮਾ ਦਾ ਨਾਮ ਹੀ ਚੱਲਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਨਹੀਂ ਵਿਸਰਦਾ। ਮਹਾਰਾਜ ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹੀ ਪੂਰਨ ਸੰਤ ਹੈ। ਉਹਨਾਂ ਤੋਂ ਮੈਂ ਵੀ ਬਲਿਹਾਰੇ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ, ਜੋ ਅੱਠੇ ਪਹਿਰ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਨ, ਅਸਲ ਵਿੱਚ ਉਹ ਸੰਤ ਹਨ। ਅਸਲ ਵਿੱਚ ਉਹ ਰੱਬ ਦੇ ਭਗਤ ਹਨ। ਉਹਨਾਂ ਦੀ ਸੰਗਤ ਵੱਡੇ ਭਾਗਾਂ ਦੇ ਨਾਲ ਹੀ ਨਸੀਬ ਹੁੰਦੀ ਹੈ। ਉਹਨਾਂ ਦੀ ਸੰਗਤ ਵਿੱਚ ਜਾ ਕੇ ਮਨ ਨੂੰ ਠੰਡਕ ਆ ਜਾਂਦੀ ਹੈ। ਇਹ ਮਨ ਜਿਹੜਾ ਤਪ ਰਿਹਾ ਹੈ, ਤਨ ਨੂੰ ਠੰਡਾ ਕਰ ਸਕਦੇ ਹੋ। ਕੂਲਰ ਚਲਾ ਕੇ, ਪੱਖੇ ਚਲਾ ਕੇ, ਏਸੀ ਚਲਾ ਕੇ ਤੁਹਾਡਾ ਤਨ ਠੰਡਾ ਹੋ ਸਕਦਾ ਹੈ। ਪਰ ਯਾਦ ਰੱਖਿਓ, 16 ਟੈਂਪਰੇਚਰ ਵਿੱਚ ਏਸੀ ਥੱਲੇ ਵੀ ਪਏ ਹੋਵੋਗੇ, ਤਨ ਤੇ ਕੰਬਲ ਵੀ ਲਿਆ ਹੋਏਗਾ, ਪਰ ਤੁਹਾਡੇ ਮਨ ਦੀ ਤਪਸ਼ ਨਹੀਂ ਜਾਏਗੀ। ਸਾਡੇ ਮਨ ਦੀ ਤਪਸ਼ ਉਦੋਂ ਹੀ ਜਾਏਗੀ ਜਦੋਂ ਅਸੀਂ ਰੱਬ ਨਾਲ ਜੁੜਿਆ ਹੋਇਆਂ ਦੀ ਸੰਗਤ ਵਿੱਚ ਆਵਾਂਗੇ, ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿਆਂਗੇ। ਜਿਵੇਂ ਕੂਲਰ, ਏਸੀ ਤਨ ਨੂੰ ਠੰਡਾ ਕਰ ਦਿੰਦੇ ਹਨ, ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਸਾਡੇ ਮਨ ਨੂੰ ਠੰਡਿਆਂ ਕਰ ਦਿੰਦਾ ਹੈ। ਤੋ ਗੁਰਮੁਖੋ, ਇਹ ਸਨ ਜੋ ਸਤਿਗੁਰ ਜੀਆਂ ਨੇ ਅੱਜ ਸ੍ਰੀ ਮੁਖ ਵਾਕ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ। ਉਸ ਹੁਕਮਨਾਮਾ ਸਾਹਿਬ ਜੀਆਂ ਦੇ ਅਖਰੀ ਅਰਥ ਮਹਾਰਾਜ ਕਿਰਪਾ ਕਰਨ, ਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਏ। ਸਤਿਗੁਰ ਜੀ ਹਮੇਸ਼ਾ ਹੀ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਗੁਰਮੁਖੋ, ਉਦਮ ਕਰੋ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ। ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਆਪਣੇ ਹਿਰਦਿਆਂ ਵਿੱਚ ਵਸਾਓ। ਕੰਮਕਾਰ ਕਰਦਿਆਂ ਵੀ ਤੁਹਾਨੂੰ ਪ੍ਰਮਾਤਮਾ ਦਾ ਨਾਮ ਚੇਤੇ ਰਵੇ। ਜਿਹੜਾ ਵੀ ਮਰਜ਼ੀ ਕੰਮ ਕਰਦੇ ਹੋ, ਹਰ ਸਮੇਂ ਇਹ ਮਹਿਸੂਸ ਹੋਵੇ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਦੇਖ ਰਹੇ ਹਨ, ਉਹ ਸਾਡੇ ਨੇੜੇ ਹਨ। ਉਹਦੀ ਯਾਦ ਹਮੇਸ਼ਾ ਹੀ ਸਾਡੇ ਹਿਰਦੇ ਵਿੱਚ ਵਸੀ ਰਵੇ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ। ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।